ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ। ਮੈਂ ਰਮਨਦੀਪ ਕੌਰ। ਰੂਸ ਔਰ ਯੂਕਰੇਨ ਦੇ ਵਿਚਾਲੇ ਜੰਗ ਲੱਗੀ ਹੋਈ ਹੈ ਔਰ ਇਸ ਦੌਰਾਨ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਉੱਥੇ ਫਸੇ ਹੋਏ ਨੇ ਔਰ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਦੀ ਘਰ ਵਾਪਸੀ ਹੋ ਰਹੀ ਹੈ। ਇਦਾਂ ਦੇ ਹੀ ਸਾਡੇ ਨਾਲ 3 ਬੱਚੇ ਮੌਜੂਦ ਨੇ ਜਿਹੜੇ ਇੱਕ ਹੀ ਪਰਿਵਾਰ ਦੇ ਨੇ। ਯੂਕਰੇਨ ਗਏ ਸੀ ਆਪਣੀ MBBS ਕਰਨ ਲਈ ਔਰ ਅੱਜ ਹੀ ਘਰ ਪਰਤੇ ਨੇ। ਉਹਨਾਂ ਵਿੱਚੋਂ ਸਾਡੇ ਨਾਲ ਮੌਜੂਦ ਨੇ ਵੰਸ਼ਿਕਾ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਯੂਕਰੇਨ ਦੇ ਹਾਲਾਤਾਂ ਬਾਰੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਵੰਸ਼ਿਕਾ। ਸਤਿ ਸ਼੍ਰੀ ਅਕਾਲ ਮੈਮ। ਔਰ ਵੰਸ਼ਿਕਾ, ਤੁਸੀਂ ਯੂਕਰੇਨ ਤੋਂ ਵਾਪਸ ਆਏ ਹੋ ਔਰ ਯੂਕਰੇਨ ਦੇ ਇਸ ਟਾਈਮ ਕੀ ਹਾਲਾਤ ਨੇ? ਯੂਕਰੇਨ ਦੇ ਵਿੱਚ ਸਿਚੁਏਸ਼ਨ ਬਹੁਤ ਜ਼ਿਆਦਾ ਵਰਸਟ ਹੋ ਚੁੱਕੀ ਹੈ। ਉੱਥੇ ਰੋਜ਼ ਬੰਬਾਰਡਿੰਗ ਹੋ ਰਹੀ ਹੈ, ਬਹੁਤ ਜ਼ਿਆਦਾ ਅਟੈਕਸ ਹੋ ਰਹੇ ਨੇ, ਫਾਇਰ ਹੋ ਰਹੀ ਹੈ, ਟੈਂਕਰਸ ਖੜੇ ਨੇ ਉੱਥੇ। ਰਸ਼ੀਆ ਨੇ ਪੂਰੀ ਤਰ੍ਹਾਂ ਇਨਵੇਡ ਕਰ ਲਿਆ ਹੋਇਆ ਹੈ। ਬਟ ਸਾਡੀ ਜਿਹੜੀ ਸਿਟੀ ਸੀ, ਮੇਰੀ ਜਿੱਥੇ ਮੇਰਾ ਯੂਨੀਵਰਸਿਟੀ ਸੀਗੀ ਡਨੀਪਰੋ, ਉਹ ਇਸ ਵਕਤ ਸਭ ਤੋਂ ਸੇਫੈਸਟ ਸਿਟੀ ਸੀਗੀ। ਬਟ ਖਾਰਕਿਵ, ਕੀਵ ਦੇ ਵਿੱਚ ਬਹੁਤ ਜ਼ਿਆਦਾ ਸਿਚੁਏਸ਼ਨਸ ਖਰਾਬ ਹੋ ਚੁੱਕੀਆਂ ਨੇ। ਔਰ ਤੁਸੀਂ ਆਪਣੀ ਯੂਨੀਵਰਸਿਟੀ ਦੇ ਹੌਸਟਲ ਦੇ ਵਿੱਚ ਰਹਿ ਰਹੇ ਸੀ? ਹਾਂਜੀ, ਮੈਂ, ਮੇਰੇ 2 ਕਜ਼ਨਸ, ਅਸੀਂ ਇੱਕ ਹੌਸਟਲ ਦੇ ਵਿੱਚ ਹੀ ਰਹਿ ਰਹੇ ਹਾਂ। ਅਸੀਂ ਰਹਿ ਰਹੇ ਸੀਗੇ ਜਿਹੜਾ ਕਿ ਯੂਨੀਵਰਸਿਟੀ ਵੱਲੋਂ ਹੀ ਸੀ। ਔਰ ਜਿਵੇਂ ਕਿ ਲੜਾਈ ਲੱਗਣ ਤੋਂ ਪਹਿਲਾਂ ਹੀ ਐਡਵਾਈਜ਼ਰੀਜ਼ ਆਉਣ ਲੱਗ ਗਈਆਂ ਸੀ ਕਿ ਯੂਕਰੇਨ ਦੇ ਵਿੱਚ ਰੂਸ ਵੱਲੋਂ ਹਮਲਾ ਹੋ ਸਕਦਾ ਹੈ, ਤਾਂ ਉਸ ਤੋਂ ਪਹਿਲਾਂ ਨਹੀਂ ਤੁਹਾਨੂੰ ਲੱਗਾ ਕਿ ਉੱਥੋਂ ਨਿਕਲ ਜਾਣਾ ਚਾਹੀਦਾ ਹੈ? ਨਹੀਂ, ਅਸੀਂ ਸਭ ਨੇ ਬੈਠ ਕੇ ਡਿਸਕਸ ਕੀਤਾ ਸੀ ਜਦੋਂ ਇੱਕ ਐਡਵਾਈਜ਼ਰੀ ਆਈ ਸੀਗੀ। ਐਡਵਾਈਜ਼ਰੀ ਸਾਨੂੰ ਮਿਲੀ ਸੀ 23 ਆਫ ਫੈਬਰਰੀ ਨੂੰ ਕਿ ਇੱਦਾਂ ਅਟੈਕ ਹੋ ਸਕਦਾ ਹੈ, ਅਗਰ ਤੁਸੀਂ ਜਾਣਾ ਹੈ ਘਰ ਤੁਸੀਂ ਚਲ ਜਾਓ। ਬਟ 24 ਫੈਬ ਨੂੰ ਸਾਨੂੰ ਯੂਨੀਵਰਸਿਟੀ ਵੱਲੋਂ ਇੱਕ ਨੋਟਿਸ ਆਉਂਦਾ ਹੈ ਕਿ ਅਗਰ ਤੁਸੀਂ ਘਰ ਜਾਂਦੇ ਹੋ ਨਾ, ਅਗਰ ਤੁਸੀਂ ਜਿਹੜੇ ਬੱਚੇ ਘਰ ਜਾਂਦੇ ਉਹਨਾਂ ਲਈ ਆਨਲਾਈਨ ਕਲਾਸਿਸ ਜ਼ਰੂਰ ਹੋਣਗੀਆਂ, ਬਟ ਤੁਹਾਨੂੰ 4 ਮਾਰਚ ਤੱਕ ਵਾਪਸ ਆਉਣਾ ਪੈਣਾ ਹੈ। ਬਟ ਫਿਰ ਫਲਾਈਟਸ ਦੀ ਕਾਸਟ ਵੀ ਬਹੁਤ ਜ਼ਿਆਦਾ ਸੀਗੀ। 24 ਫੈਬ ਤੋਂ 4 ਮਾਰਚ ਤੱਕ 10 ਦਿਨ ਵੀ ਨਹੀਂ ਬਣਦੇ ਹੈ। ਫੈਬਰਰੀ ਦਾ ਮੰਥ ਸੀਗਾ, 10 ਡੇਜ਼ ਵੀ ਨਹੀਂ ਬਣਦੇ। ਫਿਰ ਅਸੀਂ ਸੋਚਿਆ ਕਿ 10 ਡੇਜ਼ ਲਈ ਕੀ ਕਰ ਜਾਣਾ ਹੈ, ਕਿਉਂਕਿ ਆਫਲਾਈਨ ਕਲਾਸਿਸ ਵੀ ਚੱਲ ਰਹੀਆਂ ਸੀ, ਆਨਲਾਈਨ ਵੀ ਉਹਨਾਂ ਨੇ ਕਿਹਾ ਸੀ ਜਿਹੜੇ ਘਰ ਜਾਊਗੇ ਉਹਨਾਂ ਲਈ। ਫਿਰ ਅਸੀਂ ਕਿਹਾ ਆਫਲਾਈਨ ਕਲਾਸਿਸ ਹੀ ਲਗਾ ਲੈਂਦੇ ਹਾਂ, ਘਰ ਫਿਰ ਨਹੀਂ ਜਾਂਦੇ। ਅਸੀਂ ਇਸ ਕਰਕੇ ਪਲਾਨ ਡ੍ਰੌਪ ਕਰਤਾ ਸੀਗਾ। ਔਰ 23 ਨੂੰ ਤੁਸੀਂ ਦੱਸਿਆ ਕਿ ਇੰਡੀਅਨ ਐਮਬੈਸੀ ਵੱਲੋਂ ਤੁਹਾਨੂੰ ਐਡਵਾਈਜ਼ਰੀ ਜਾਰੀ ਹੋਈ ਔਰ 2 ਦਿਨ ਬਾਅਦ ਹੀ ਤਾਂ ਅਟੈਕ ਹੋਣੇ ਸ਼ੁਰੂ ਹੋ ਗਏ। ਔਰ ਜਿਹੜੀ ਤੁਹਾਡੀ ਸਿਟੀ ਹੈ, ਉਹ ਜਿੱਥੇ ਕੀਵ ਔਰ ਖਾਰਕਿਵ ਨੂੰ ਜ਼ਿਆਦਾਤਰ ਨਿਸ਼ਾਨਾ ਬਣਾਇਆ ਗਿਆ ਹੈ, ਤੁਹਾਡੀ ਸਿਟੀ ਉੱਥੋਂ ਕਿੰਨੀ ਕੁ ਦੂਰ ਹੈ? ਸਾਡੀ ਸਿਟੀ ਬਹੁਤ ਮਤਲਬ ਡਿਸਟੈਂਸ ਹੈ, ਬਟ ਬਹੁਤ ਘੱਟ ਹੀ ਹੈ। ਕੀਵ ਮੇਨ 에ਅਰਪੋਰਟ ਹੈ ਉੱਥੇ, ਤੋਂ 7 to 8 ਆਵਰਸ ਬੱਸ ਦੇ ਵਿੱਚ ਲੱਗ ਜਾਂਦੇ ਕੀਵ, ਐਂਡ ਖਾਰਕਿਵ 5 to 6 ਆਵਰਸ। ਔਰ ਤੁਹਾਡੀ ਸਿਟੀ ਦੇ ਵਿੱਚ ਕੋਈ ਇਦਾਂ ਦਾ ਹਮਲਾ ਹੋਇਆ? ਇੱਕੋ ਹੀ ਹੋਇਆ ਸੀਗਾ, ਬਟ ਉੱਥੇ ਮਤਲਬ ਮੇਰੀ ਹੌਸਟਲ ਤੋਂ 10 ਕਿਲੋਮੀਟਰਸ ਤੋਂ ਦੂਰ ਹੀ ਹੈ, ਇੱਕ ਰਿਵਰ ਹੈ, ਉੱਥੇ ਏਅਰ ਸਟ੍ਰਾਈਕ ਹੋਈ ਸੀਗੀ। ਬਸ ਅਸੀਂ ਖੁਦ ਨਹੀਂ ਦੇਖਿਆ ਸੀਗਾ ਏਅਰ ਸਟ੍ਰਾਈਕ ਹੁੰਦੇ ਹੋਏ, ਬਿਕਾਜ਼ ਅਸੀਂ ਰਾਤ ਨੂੰ ਸੁੱਤੇ ਹੋਏ ਸੀਗੇ। ਤਾਂ ਨੈਕਸਟ ਡੇ ਜਦੋਂ ਅਸੀਂ ਸਵੇਰੇ ਉੱਠੇ, ਸਾਨੂੰ ਨਿਊਜ਼ ਦੇ ਵਿੱਚ ਪਤਾ ਲੱਗਾ ਕਿ ਸਾਡੇ ਤੋਂ 10 ਕਿਲੋਮੀਟਰ ਦੂਰ ਹੀ ਇੱਕ ਏਅਰ ਸਟ੍ਰਾਈਕ ਹੋਈ ਹੈ। ਔਰ ਜਦੋਂ ਇਹ ਹਾਲਾਤ ਹੋਣੇ ਸ਼ੁਰੂ ਹੋ ਗਏ ਔਰ ਤੁਹਾਡੇ ਦਿਮਾਗ 'ਚ ਹੁੰਦਾ ਹੋਏਗਾ ਕਿ ਅਸੀਂ ਹੁਣ ਫਟਾਫਟ ਇੱਥੋਂ ਨਿਕਲੀਏ, ਫਿਰ ਉੱਥੋਂ ਨਿਕਲਣ ਬਾਰੇ ਕਿੱਦਾਂ ਸੋਚਿਆ? ਅਸੀਂ ਸਭ ਨੇ ਸੋਚਿਆ ਕਿ ਅਸੀਂ ਟ੍ਰੇਨਸ ਕਰ ਲਈਏ ਪਹਿਲਾਂ, ਕਿਉਂਕਿ ਉਹਨਾਂ ਨੇ ਬੋਲਿਆ ਸੀਗਾ ਕਿ ਟ੍ਰੇਨਸ ਐਜ਼ ਅ ਟਰਾਂਸਪੋਰਟ ਯੂਜ਼ ਕੀਤਾ ਜਾ ਰਿਹਾ ਹੈ। ਬਟ ਫਿਰ ਅਸੀਂ ਇਹ ਵੀ ਸੋਚਿਆ ਕਿ ਰਿਸਕ ਨਹੀਂ ਲੈਣਾ ਚਾਹੀਦਾ, ਕਿਉਂਕਿ ਖਾਰਕੀਵ ਸਾਡੇ ਰੂਟ ਦੇ ਵਿੱਚ ਹੀ ਆਉਂਦਾ ਹੈ, ਐਂਡ ਅਗਰ ਉੱਥੇ ਮਿਜ਼ਾਈਲਸ ਵਗੈਰਾ ਗਿਰਦੀਆਂ ਤਾਂ ਫਿਰ ਕੀ ਪਤਾ ਸਾਡੀ ਟ੍ਰੇਨ ਸਟਕ ਹੋ ਜਾਂਦੀ, ਤਾਂ ਫਿਰ ਅਸੀਂ ਉੱਥੇ ਹੀ ਫਸ ਜਾਂਦੇ। ਫਿਰ ਅਸੀਂ ਰਿਸਕ ਨਹੀਂ ਲਿਆ। ਅਸੀਂ ਨਿਕਲੇ ਵੀ ਸੀਗੇ ਹੌਸਟਲ ਤੋਂ ਟ੍ਰੇਨ ਲਈ, ਬਟ ਅਸੀਂ ਜਦੋਂ ਸਾਇਰਨ ਵੱਜਣਾ ਸ਼ੁਰੂ ਹੋ ਗਿਆ ਸੀ ਸਾਡੀ ਸਿਟੀ ਦੇ ਵਿੱਚ ਵੀ, ਫਿਰ ਅਸੀਂ ਵਾਪਸ ਆ ਗਏ। ਫਿਰ 2 ਦਿਨ ਬਾਅਦ ਹੀ ਸਾਡੇ ਕੰਟਰੈਕਟਰਸ ਨੇ ਬੱਸਿਸ ਅਰੇਂਜ ਕੀਤੀਆਂ, ਐਂਡ ਉਹਨਾਂ ਨੇ ਬੋਲਿਆ ਕਿ ਤੁਹਾਨੂੰ ਪੇ ਕਰਨਾ ਪੈਣਾ ਹੈ ਇਹ ਬੱਸਿਸ ਲਈ 15,000 ਪਰ ਹੈਡ। ਅਸੀਂ ਹਰ ਇੱਕ ਬੱਚੇ ਨੇ ਪੇ ਕੀਤਾ, ਕਿਉਂਕਿ ਪੇਰੈਂਟਸ ਨੂੰ ਵੀ ਇਹੀ ਸੀਗਾ ਜਿੱਦਾਂ ਮਰਜ਼ੀ ਜੋ ਮਰਜ਼ੀ ਕਾਸਟ ਹੋਵੇ ਸਾਡੇ ਬੱਚੇ ਘਰ ਵਾਪਸ ਆ ਜਾਣ। ਫਿਰ ਪੇਰੈਂਟਸ ਨੇ ਬੋਲਿਆ ਜਿੰਨੀ ਮਰਜ਼ੀ ਕਾਸਟ ਹੈ ਤੁਸੀਂ ਪੇ ਕਰੋ, ਆਓ ਵਾਪਸ ਸੇਫਲੀ। ਐਂਡ ਅਸੀਂ ਬੱਸਿਸ ਕਰਵਾਈਆਂ। ਅਸੀਂ 26 ਆਵਰਸ ਦੀ ਜਰਨੀ ਵਿੱਚੋਂ ਡਨੀਪਰੋ ਤੋਂ ਲੈ ਕੇ ਅਸੀਂ ਰੋਮਾਨੀਆ ਬਾਰਡਰ ਕ੍ਰਾਸ ਕੀਤਾ 26 ਆਵਰਸ, ਕਿਉਂਕਿ ਉਹ ਬਹੁਤ ਓਪੋਜ਼ਿਟ ਸਾਈਡ ਸੀਗਾ, ਰੋਮਾਨੀਆ ਐਂਡ ਡਨੀਪਰੋ ਸਿਟੀ। ਫਿਰ ਅਸੀਂ ਕ੍ਰਾਸ ਕਰਕੇ ਰੋਮਾਨੀਆ ਬਾਰਡਰ ਕ੍ਰਾਸ ਕੀਤਾ ਐਂਡ ਸੇਫਲੀ ਘਰ। ਮਤਲਬ ਕਿ ਤੁਸੀਂ ਯੂਕਰੇਨ ਤੋਂ ਰੋਮਾਨੀਆ ਬਾਰਡਰ ਤੱਕ ਆਪਣੇ ਬਿਹਾਫ ਤੇ ਆਏ ਹੋ, ਇੰਡੀਅਨ ਐਮਬੈਸੀ ਵੱਲੋਂ ਤੁਹਾਡੀ ਕੋਈ ਹੈਲਪ ਨਹੀਂ ਕੀਤੀ ਗਈ? ਨਹੀਂ, ਇੰਡੀਅਨ ਐਮਬੈਸੀ ਵੱਲੋਂ ਤਾਂ ਨਹੀਂ ਸੀਗਾ, ਕਿਉਂਕਿ ਉਹ ਤਾਂ ਸਾਡੇ ਕੰਟਰੈਕਟਰਸ ਨੇ ਖੁਦ ਹੀ ਅਰੇਂਜ ਕੀਤੀਆਂ ਸੀ ਨਾ ਬੱਸਿਸ, ਤੇ ਅਸੀਂ ਖੁਦ ਪੇ ਕੀਤਾ ਸੀਗਾ। ਕਿਉਂਕਿ ਅਗਰ ਇੰਡੀਅਨ ਐਮਬੈਸੀ ਵੱਲੋਂ ਹੁੰਦਾ ਤਾਂ ਫ੍ਰੀ ਆਫ ਕਾਸਟ ਹੁੰਦਾ ਓਬਵੀਅਸਲੀ, ਬਟ ਨਹੀਂ, ਫ੍ਰੀ ਆਫ ਕਾਸਟ ਨਹੀਂ ਸੀਗਾ, ਇਹ ਅਸੀਂ ਖੁਦ ਪੇ ਕੀਤਾ ਸੀ। ਔਰ ਜਿਵੇਂ ਕਿ ਖਬਰਾਂ ਆ ਰਹੀਆਂ ਨੇ ਕਿ ਉੱਥੇ ਫੂਡ ਸ਼ਾਰਟੇਜ ਹੋ ਗਈ, ਬਹੁਤ ਸਾਰੀਆਂ ਚੀਜ਼ਾਂ ਦੀ ਸ਼ਾਰਟੇਜ ਹੋ ਗਈ, ਤੁਹਾਡੀ ਸਿਟੀ ਦੇ ਵਿੱਚ ਵੀ ਕੁਛ ਇੱਦਾਂ ਦਾ ਸੀਗਾ? ਨਹੀਂ, ਸਾਡੀ ਸਿਟੀ ਦੇ ਵਿੱਚ ਇੱਦਾਂ ਦਾ ਕੁਛ ਹੈ ਨਹੀਂ ਸੀ ਸਾਡੇ ਲਈ। ਸ਼ਾਰਟੇਜ ਜ਼ਰੂਰ ਹੋ ਰਹੀ ਸੀਗੀ, ਕਿਉਂਕਿ ਉੱਥੇ ਦੇ ਲੋਕਲਸ ਜਿਹੜੇ ਨੇ, ਯੂਕਰੇਨੀਅਨਸ ਨੇ, ਉਹਨਾਂ ਨੇ ਵੀ ਆਪਣਾ ਸਟਾਕ ਇਕੱਠਾ ਕਰਨਾ ਸੀ ਨਾ। ਉਹਨਾਂ ਨੇ ਵੀ, ਕਿਉਂਕਿ ਉਹ ਤਾਂ ਇੰਡੀਆ ਵਾਪਸ ਨਹੀਂ ਆ ਸਕਦੇ ਸੀਗੇ, ਉਹਨਾਂ ਨੇ ਤਾਂ ਉੱਥੇ ਹੀ ਸਰਵਾਈਵ ਕਰਨਾ ਹੈ। ਫਿਰ ਉਹਨਾਂ ਨੇ ਵੀ ਆਪਣਾ ਸਟਾਕ ਇਕੱਠਾ ਕੀਤਾ, ਬਟ ਉਹਨਾਂ ਨੇ ਸਾਨੂੰ ਵੀ ਚਾਂਸ ਦਿੱਤਾ ਕਿ ਅਸੀਂ ਵੀ ਆਪਣੇ ਲਈ ਕੁਛ ਖਾਣ ਨੂੰ ਇਕੱਠਾ ਕਰੀਏ। ਫਿਰ ਅਸੀਂ ਵੀ ਬਹੁਤ ਲੰਬੀ ਲਾਈਨਸ ਦੇ ਵਿੱਚ ਖੜੇ ਹੋ ਕੇ ਸਮਾਨ ਇਕੱਠਾ ਕੀਤਾ ਐਂਡ ਆਪਣਾ ਸਟਾਕ ਆਪਣੇ ਕੋਲ ਰੱਖਿਆ।
ਔਰ ਜਦੋਂ ਤੁਸੀਂ ਰੋਮਾਨੀਆ ਬਾਰਡਰ ਤੇ ਪਹੁੰਚ ਗਏ ਉਸ ਤੋਂ ਬਾਅਦ ਇੰਡੀਅਨ ਐਮਬੈਸੀ ਦਾ ਕੀ ਰੋਲ ਰਿਹਾ? ਜਦੋਂ ਅਸੀਂ ਰੋਮਾਨੀਆ ਬਾਰਡਰ ਕ੍ਰਾਸ ਕੀਤਾ, ਇੰਡੀਅਨ ਐਮਬੈਸੀ ਦਾ ਇੱਕ ਕੈਂਪ ਲੱਗਾ ਹੋਇਆ ਸੀਗਾ ਉੱਥੇ, ਐਂਡ ਇੰਡੀਅਨ ਐਮਬੈਸੀ ਤੋਂ ਇਲਾਵਾ ਵੀ ਉੱਥੇ ਬਹੁਤ ਸਾਰੇ ਕੈਂਪ ਸੀਗੇ। ਇੱਕ ਐਨਜੀਓ ਸੀਗਾ ਜੋ ਰੋਮਾਨੀਆ ਦਾ ਹੀ ਸੀਗਾ, ਉਹਨਾਂ ਨੇ ਸਾਨੂੰ ਬਲੈਂਕਟ ਸਭ ਕੁਝ ਪ੍ਰੋਵਾਈਡ ਕੀਤਾ, ਹਰ ਇੱਕ ਨੈਸੈਸਿਟੀ, ਫੂਡ ਤੋਂ ਲੈ ਕੇ ਕਲੋਥਸ, ਸ਼ੈਲਟਰ, ਸਭ ਕੁਝ ਇੰਡੀਅਨ ਐਮਬੈਸੀ ਵੱਲੋਂ ਵੀ ਹੋ ਰਿਹਾ ਸੀ। ਬਟ ਇੰਡੀਅਨ ਐਮਬੈਸੀ ਦਾ ਇੰਨਾ ਜ਼ਿਆਦਾ ਰੋਲ ਨਹੀਂ ਸੀਗਾ ਜਿੰਨਾ ਐਨਜੀਓਜ਼ ਦਾ ਸੀਗਾ। ਸਾਨੂੰ ਖਾਲਸਾ ਏਡ ਵਾਲੇ ਵੀ ਮਿਲੇ ਸੀਗੇ ਜੋ ਕਿ ਪੰਜਾਬ ਤੋਂ ਹੀ ਨੇ, ਤੇ ਉਹਨਾਂ ਨੇ ਵੀ ਸਾਨੂੰ ਪੁੱਛਿਆ ਕਿ ਅਗਰ ਤੁਹਾਨੂੰ ਸ਼ੈਲਟਰ ਦੀ ਸ਼ਾਰਟੇਜ ਹੁੰਦੀ ਹੈ ਤੁਸੀਂ ਸਾਨੂੰ ਦੱਸੋ। ਉਹਨਾਂ ਨੇ ਬੋਲਿਆ ਕਿ ਉਹਨਾਂ ਨੇ ਸਾਨੂੰ ਸਾਫ਼ ਕਲੀਅਰ ਵਰਡ ਦੇ ਵਿੱਚ ਇਹ ਕਿਹਾ ਕਿ ਇੰਡੀਆ ਦੇ ਵਿੱਚ ਪੋਲਿਟਿਕਸ ਕਰਕੇ ਅਸੀਂ ਅੱਗੇ ਨਹੀਂ ਆ ਸਕਦੇ। ਖਾਲਸਾ ਏਡ ਵਾਲਿਆਂ ਨੇ ਇਹ ਕਿਹਾ ਕਿ ਇੰਡੀਆ ਦੇ ਵਿੱਚ ਪੋਲਿਟਿਕਸ ਕਰਕੇ ਅਸੀਂ ਅੱਗੇ ਨਹੀਂ ਆ ਪਾ ਰਹੇ ਹਾਂ, ਬਟ ਤੁਹਾਨੂੰ ਇਨ ਕੇਸ ਪਰਸਨਲੀ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਤੁਸੀਂ ਸਾਤੋਂ ਲਓ। ਕਿਉਂਕਿ ਜਿੱਦਾਂ ਹੀ ਉਹ ਆਏ ਅਸੀਂ ਉਹਨਾਂ ਨੂੰ ਬੁਲਾਇਆ, ਉਹਨਾਂ ਨੇ ਸਾਨੂੰ ਪੁੱਛਿਆ ਤੁਸੀਂ ਪੰਜਾਬ ਤੋਂ? ਅਸੀਂ ਦੱਸਿਆ ਹਾਂਜੀ ਅਸੀਂ ਪੰਜਾਬੀ ਹਾਂ। ਫਿਰ ਉਹਨਾਂ ਨੂੰ ਸਾਨੂੰ ਬੋਲਿਆ ਕਿ ਤੁਹਾਡੇ ਨਾਲ ਜਿੰਨੇ ਵੀ ਫਰੈਂਡਸ ਤੁਸੀਂ ਸਭ ਦੀ ਹੈਲਪ ਕਰਾਂਗੇ, ਅਗਰ ਤੁਹਾਨੂੰ ਜ਼ਰੂਰਤ ਪਈ ਤਾਂ ਦੱਸਿਓ। ਹੁਣ ਤੁਸੀਂ ਆਪਣੇ ਘਰ ਵਾਪਸ ਆ ਗਏ ਹੋ ਔਰ ਕਿੱਦਾਂ ਦਾ ਫੀਲ ਹੋ ਰਿਹਾ ਹੈ? ਘਰ ਵਾਪਸ ਆਉਣ ਤੇ ਦੁੱਖ ਖੁਸ਼ੀ ਦੇ ਆਂਸੂ ਵੀ ਨੇ, ਖੁਸ਼ੀ ਵੀ ਹੋ ਰਹੀ ਹੈ। ਪੇਰੈਂਟਸ ਖੁਸ਼ ਨੇ ਕਿ ਸਾਡੇ ਬੱਚੇ ਸੇਫਲੀ ਘਰ ਆ ਗਏ ਹੈ। ਪੇਰੈਂਟਸ ਨੂੰ ਖੁਸ਼ ਦੇਖ ਕੇ ਅਸੀਂ ਵੀ ਖੁਸ਼ ਹਾਂ ਕਿ ਹਾਂ ਉਹਨਾਂ ਨੂੰ ਸੈਟਿਸਫੈਕਸ਼ਨ ਹੋਈ, ਪੀਸ ਮਿਲਿਆ, ਕਿਉਂਕਿ ਬਹੁਤ ਜ਼ਿਆਦਾ ਮੈਂਟਲੀ ਡਿਸਟਰਬ ਹੋ ਗਏ ਸੀਗੇ। 4-5 ਡੇਜ਼ ਤਾਂ ਬਹੁਤ ਡਿਫਿਕਲਟ ਸੀਗੇ। ਇਹ ਸੀ ਸਾਡੇ ਨਾਲ ਯੂਕਰੇਨ ਤੋਂ ਆਏ ਵੰਸ਼ਿਕਾ ਜੋ ਆਪਣੀ ਐਮਬੀਬੀਐਸ ਦੀ ਸਟੱਡੀ ਦੇ ਲਈ ਉੱਥੇ ਗਏ ਸੀ। ਸੋ ਇਹਨਾਂ ਦੇ ਨਾਲ ਗੱਲਬਾਤ ਹੋਈ ਹੈ, ਯੂਕਰੇਨ ਦੇ ਹਾਲਾਤਾਂ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਰਮਨਦੀਪ ਕੌਰ, ਕੈਮਰਾਮੈਨ ਵਿਜੇ ਦੇ ਨਾਲ।